हाँ जी ਡੀਓ ਸਟੂਡੈਂਟ क्लास +2 ਅੱਜ ਦਾ ਆਪਣਾ ਇਕਨੋਮਿਕਸ ਦਾ ਜਿਹੜਾ ਲੈਸਨ ਹੈ ਸਟਾਰਟ ਕਰਨ ਜਾ ਰਹੇ ਹਾਂ। ਗੌਰਮੈਂਟ ਬਜਟ ਐਂਡ ਦੀ ਇਕੋਨਮੀ, ਭਾਰਤ ਦੀ ਸਰਕਾਰ ਦਾ ਬਜਟ ਅਤੇ ਭਾਰਤੀ ਅਰਥ ਵਿਵਸਥਾ। ਤਾਂ ਸਭ ਤੋਂ ਪਹਿਲਾਂ ਅਸੀਂ ਇਹਦਾ ਮੀਨਿੰਗ ਸਮਝਾਂਗੇ ਕਿ ਜਿਹੜਾ ਗੌਰਮੈਂਟ ਬਜਟ ਹੈ ਉਹ ਹੁੰਦਾ ਕੀ ਹੈ। ਤਾਂ ਗੌਰਮੈਂਟ ਬਜਟ ਦਾ ਮਤਲਬ ਹੈ ਕਿ ਸਰਕਾਰ ਦੁਆਰਾ ਆਉਣ ਵਾਲਾ ਜਿਹੜਾ ਫਾਈਨੈਂਸ਼ੀਅਲ ਈਅਰ ਹੈ, ਜਿਸ ਨੂੰ ਅਸੀਂ ਵਿੱਤੀ ਸਾਲ ਵੀ ਆਖ ਦਿੰਦੇ ਹਾਂ ਪੰਜਾਬੀ ਦੇ ਵਿੱਚ, ਅਤੇ ਰਾਜਕੋਸ਼ੀ ਸਾਲ ਵੀ ਕਿਹਾ ਜਾਂਦਾ ਹੈ, ਕਿਉਂਕਿ ਸਰਕਾਰ ਦੁਆਰਾ ਜਿਹੜੀਆਂ ਪਾਲਿਸੀਆਂ ਬਣਾਈਆਂ ਜਾਂਦੀਆਂ ਨੇ ਟੈਕਸ ਨੂੰ ਲੈ ਕੇ ਜਾਂ ਖਰਚਿਆਂ ਨੂੰ ਲੈ ਕੇ, ਉਹਨਾਂ ਨੂੰ ਅਸੀਂ ਰਾਜਕੋਸ਼ੀ ਨੀਤੀ ਕਹਿੰਦੇ ਹਾਂ, ਅਤੇ ਇੰਗਲਿਸ਼ ਦੇ ਵਿੱਚ ਅਸੀਂ ਇਸ ਨੂੰ ਫਿਸਕਲ ਈਅਰ ਕਹਿੰਦੇ ਹਾਂ। ਤਾਂ ਗੌਰਮੈਂਟ ਦਾ ਬਜਟ ਜਿਹੜਾ ਆਉਣ ਵਾਲੇ ਸਾਲ ਦੇ ਵਿੱਚ ਗੌਰਮੈਂਟ ਨੇ ਜੋ ਖਰਚੇ ਕਰਨੇ ਹੈ ਅਤੇ ਜਿੱਥੋਂ ਆਮਦਨ ਪ੍ਰਾਪਤ ਕਰਨੀ ਹੈ, ਉਸ ਦਾ ਇੱਕ ਰਫ ਜਿਹੜਾ ਵੇਰਵਾ ਹੈ ਉਹ ਤਿਆਰ ਕੀਤਾ ਜਾਂਦਾ ਹੈ, ਅਤੇ ਉਸੇ ਨੂੰ ਅਸੀਂ ਗੌਰਮੈਂਟ ਬਜਟ ਕਹਿੰਦੇ ਹਾਂ। ਹੁਣ ਅਸੀਂ ਇਹਦੀ ਡੈਫੀਨੇਸ਼ਨ 'ਤੇ ਚੱਲਦੇ ਹਾਂ ਕਿ ਡੈਫੀਨੇਸ਼ਨ ਕੀ ਹੈ। ਤਾਂ ਗੌਰਮੈਂਟ ਬਜਟ ਦੀ ਡੈਫੀਨੇਸ਼ਨ ਲਿਖੀ ਕਿ ਇਟ ਇਜ਼ ਐਨ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ। ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਦਾ ਮਤਲਬ ਕਿ ਇੱਕ ਸਾਲ ਦੀ ਵਿੱਤੀ ਸਟੇਟਮੈਂਟ ਹੈ, ਸ਼ੋਇੰਗ ਜੋ ਕੀ ਸ਼ੋਅ ਕਰ ਰਹੀ ਹੈ, ਆਈਟਮਸ ਨੂੰ ਸ਼ੋਅ ਕਰ ਰਹੀ ਹੈ, ਕਿਹੜੀ ਆਈਟਮਸ ਨੂੰ, ਕਿ ਸਰਕਾਰ ਨੇ ਕਿੱਥੇ ਪੈਸਾ ਜਿਹੜਾ ਉਹ ਰਿਸੀਵ ਕਰਨਾ ਹੈ, ਰੈਵਨਿਊ ਰਿਸੀਵ ਕਰਨੀ ਹੈ, ਔਰ ਐਂਟੀਸਪੇਟਡ ਐਕਸਪੈਂਡੀਚਰ, ਔਰ ਕਿੱਥੇ ਸਰਕਾਰ ਨੇ ਜਿਹੜਾ ਉਹ ਖਰਚਾ ਹੈ ਕਰਨਾ ਹੈ। ਉਸ ਦੇ ਵਿੱਚ ਜਿਹੜੀਆਂ ਸਾਰੀਆਂ ਆਈਟਮਸ ਨੇ ਉਹ ਨੋਟ ਕੀਤੀਆਂ ਜਾਂਦੀਆਂ ਨੇ। ਆਈਟਮਸ ਦੇ ਜਿਵੇਂ ਕਿੰਨਾ ਪੈਸਾ ਲੈਂਡ ਦੇ ਉੱਪਰ ਖਰਚ ਕਰਨਾ ਹੈ, ਕਿੰਨਾ ਪੈਸਾ ਵੇਜ ਬਿੱਲ ਦੇ ਉੱਪਰ ਖਰਚ ਕਰਨਾ ਹੈ, ਕਿੰਨਾ ਸ਼ੇਅਰਸ ਖਰੀਦਣੇ ਹੈ, ਕਿੰਨੀਆਂ ਅਸੀਂ ਰਿਕਵਰੀਜ਼ ਕਰਨੀਆਂ ਨੇ ਲੋਨ ਦੀਆਂ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਉਹਦੀਆਂ ਆਈਟਮਸ ਦੇ ਕਹਾਂਗੇ। ਇਹਨਾਂ ਬਾਰੇ ਜ਼ਿਆਦਾ ਕਲੀਅਰੈਂਸ ਤੁਹਾਨੂੰ ਉਦੋਂ ਹੋਏਗੀ ਜਦੋਂ ਆਪਾਂ ਇਸ ਦੇ ਕੰਪੋਨੈਂਟਸ ਜਿਹੜਾ ਸਟਰਕਚਰ ਹੈ ਉਸ ਨੂੰ ਪੜ੍ਹਾਂਗੇ। ਤਾਂ ਗੌਰਮੈਂਟ ਬਜਟ ਬੇਸਿਕਲੀ ਇੱਕ ਐਨੂਅਲ ਸਟੇਟਮੈਂਟ ਹੈ ਗੌਰਮੈਂਟ ਦੀ, ਕਿ ਉਹ ਆਉਣ ਵਾਲੇ ਇੱਕ ਸਾਲ ਦੇ ਵਿੱਚ ਕਿਹੜੀ ਆਈਟਮਸ ਦੇ ਉੱਤੇ ਖਰਚਾ ਕਰਨ ਜਾ ਰਹੀ ਹੈ, ਔਰ ਕਿਹੜੀ ਆਈਟਮਸ ਤੋਂ ਉਸ ਨੇ ਜਿਹੜੀ ਇਨਕਮ ਹੈ ਉਹ ਰਿਸੀਵ ਕਰਨੀ ਹੈ, ਰੈਵਨਿਊ ਰਿਸੀਵ ਕਰਨੀ ਹੈ। ਤਾਂ ਇਸ ਨੂੰ ਅਸੀਂ ਬੋਲਦੇ ਹਾਂ ਗੌਰਮੈਂਟ ਬਜਟ। ਹੁਣ ਇਹਦੇ ਕੀ ਪੁਆਇੰਟਸ ਕੀ ਨੇ। ਪਹਿਲਾ ਕੀ ਪੁਆਇੰਟ ਹੈ ਕਿ ਇਟ ਇਜ਼ ਪ੍ਰੈਜੈਂਟਡ ਇਨ ਦੀ ਮੰਥ ਆਫ ਫੈਬਰੀ। ਇੰਡੀਆ ਦੇ ਵਿੱਚ ਆਮ ਤੌਰ 'ਤੇ ਜਿਹੜਾ ਗੌਰਮੈਂਟ ਦਾ ਬਜਟ ਹੈ ਉਹ ਫਰਵਰੀ ਦੇ ਮਹੀਨੇ ਦੇ ਵਿੱਚ ਕੀ ਕੀਤਾ ਜਾਂਦਾ, ਪੇਸ਼ ਕੀਤਾ ਜਾਂਦਾ। ਜਿਵੇਂ ਕਿ ਹੁਣ ਅਗਲੇ ਮਹੀਨੇ ਗੌਰਮੈਂਟ ਜਿਹੜਾ ਬਜਟ ਹੈ ਉਹਦੀ ਤਿਆਰੀ ਹੈ ਲੋਕ ਸਭਾ ਦੇ ਵਿੱਚ, ਔਰ ਕੋਵਿਡ ਦੀ ਸਿਚੁਏਸ਼ਨ ਨੂੰ ਲੈ ਕੇ ਇਸ ਵਾਰ ਜਿਹੜੀ ਰਾਜ ਸਭਾ ਅਤੇ ਲੋਕ ਸਭਾ ਦਾ ਜਿਹੜਾ ਟਾਈਮ ਹੈ ਉਹ ਡਿਫਰੈਂਟ ਰੱਖੇ ਗਏ ਨੇ। ਸ਼ਾਮ ਨੂੰ 4 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਲੋਕ ਸਭਾ ਚੱਲੇਗੀ, ਔਰ ਦੁਪਹਿਰੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਰਾਜ ਸਭਾ ਦਾ ਟਾਈਮ ਹੋਏਗਾ। ਤਾਂ ਕੋਵਿਡ ਦੀ ਰਿਸਟ੍ਰਿਕਸ਼ਨ ਨੂੰ ਲੈ ਕੇ ਇਸ ਵਾਰ ਪਹਿਲੀ ਵਾਰ ਲੋਕ ਸਭਾ ਅਤੇ ਰਾਜ ਸਭਾ ਦਾ ਜਿਹੜਾ ਟਾਈਮ ਹੈ ਉਹ ਅਲੱਗ ਰੱਖਿਆ ਗਿਆ ਹੈ। ਸੋ ਦੂਸਰਾ ਪੁਆਇੰਟ ਹੈ ਕਿ ਫਿਸਕਲ ਈਅਰ, ਉੱਪਰ ਜਿਹੜਾ ਆਪਾਂ ਨੇ ਡੈਫੀਨੇਸ਼ਨ 'ਚ ਇੱਕ ਵਰਡ ਪੜ੍ਹਿਆ ਸੀ ਫਿਸਕਲ ਈਅਰ। ਤਾਂ ਫਿਸਕਲ ਈਅਰ ਕੀ ਹੁੰਦਾ, 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਜਿਹੜਾ ਟਾਈਮ ਪੀਰੀਅਡ ਹੈ ਉਸੇ ਨੂੰ ਗੌਰਮੈਂਟ ਦੀ ਲੈਂਗੁਏਜ ਦੇ ਵਿੱਚ ਅਸੀਂ ਕੀ ਬੋਲਦੇ ਹਾਂ, ਫਿਸਕਲ ਈਅਰ। ਤਾਂ ਇਹ ਸਮਾਂ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਹੋਏਗਾ। ਯਾਨੀ ਕਿ ਹੁਣ ਜਿਹੜੀ 1 ਅਪ੍ਰੈਲ 2022 ਤੋਂ ਲੈ ਕੇ ਅਗਲੇ ਸਾਲ ਦੀ 31 ਮਾਰਚ 2023 ਤੱਕ ਸਰਕਾਰ ਨੇ ਜਿਨ੍ਹਾਂ ਆਈਟਮਸ ਤੋਂ ਪੈਸਾ ਰਿਸੀਵ ਕਰਨਾ ਹੈ ਔਰ ਕਿੰਨਾ ਪੈਸਾ ਖਰਚ ਕਰਨਾ ਹੈ, ਉਹਨਾਂ ਦਾ ਐਸਟੀਮੇਟ ਹੀ ਸਾਡਾ ਗੌਰਮੈਂਟ ਬਜਟ ਹੈ। ਤੀਸਰਾ ਕੀ ਪੁਆਇੰਟ ਆ ਗਿਆ ਕਿ ਇਟ ਇਜ਼ ਏ ਰਫ ਐਸਟੀਮੇਟ। ਰਫ ਮੀਨਸ ਕਿ ਉਹ ਐਸਟੀਮੇਟ ਜੋ ਪ੍ਰੋਪਰ ਨਹੀਂ ਹੈ, ਉਹਦਾ ਸਿਰਫ ਇੱਕ ਅੰਦਾਜ਼ਾ ਲਗਾਇਆ ਜਾਏਗਾ। ਐਕਚੁਅਲ 'ਚ ਕੀ ਹੋਏਗਾ ਉਹ ਆਉਣ ਵਾਲੇ ਸਾਲ ਦੇ ਬਜਟ 'ਚ ਪਤਾ ਲੱਗੇਗਾ ਕਿ ਸਰਕਾਰ ਨੇ ਪਿਛਲੇ ਸਾਲ ਜੋ ਬਜਟ ਤਿਆਰ ਕੀਤਾ ਸੀ ਉਹਦੇ ਵਿੱਚ ਕਿਹੜੀਆਂ ਅਚੀਵਮੈਂਟਸ ਨੇ ਉਹ ਹਾਸਲ ਕੀਤੀਆਂ ਨੇ। ਇਹ ਸਿਰਫ ਇੱਕ ਐਸਟੀਮੇਟ ਲਗਾਇਆ ਜਾਂਦਾ ਹੈ, ਪ੍ਰੋਪਰ ਨਹੀਂ ਹੁੰਦਾ। ਮਿਡਲ ਦੇ ਵਿੱਚ ਜਾ ਕੇ ਜਿਹੜੇ ਖਰਚੇ ਨੇ ਉਹ ਚੇਂਜ ਵੀ ਹੋ ਸਕਦੇ ਆ। ਜਿਵੇਂ ਕਿ ਜੋ ਪਿਛਲੇ ਸਾਲ ਗੌਰਮੈਂਟ ਨੇ ਬਜਟ ਬਣਾਇਆ ਸੀ, ਉਸ ਬਜਟ ਦੇ ਵਿੱਚ ਜਿਹੜੇ ਐਕਸਪੈਂਡੀਚਰ ਨੇ ਉਹ ਮਿਡਲ ਦੇ ਵਿੱਚ ਜਾ ਕੇ ਡੀਕਰੀਜ਼ ਕਰਨੇ ਪਏ, ਕੁਛ ਇਨਕਰੀਜ਼ ਵੀ ਕਰਨੇ ਪਏ। ਜਿਵੇਂ ਕਿ ਪਹਿਲਾਂ ਰਾਸ਼ਨ ਵਾਲੀ ਜਿਹੜੀ ਸਾਡੇ ਪਿੰਡਾਂ 'ਚ ਡੇਪੋ ਦੀ ਦੁਕਾਨ 'ਤੇ ਜਿਹੜੀ ਕਣਕ ਆਉਂਦੀ ਸੀ ਉਹ 2 ਰੁਪਏ ਕਿੱਲੋ ਸੀ, ਲੇਕਿਨ ਮਿਡਲ ਦੇ ਵਿੱਚ ਜਾ ਕੇ ਕੋਵਿਡ ਕ੍ਰਾਈਸਿਸ ਕਰਕੇ ਗੌਰਮੈਂਟ ਨੂੰ ਉਹ ਫ੍ਰੀ ਆਫ ਕੋਸਟ ਵੀ ਦੇਣੀ ਪਈ। ਤਾਂ ਐਕਸਪੈਂਡੀਚਰ ਕੁਛ ਚੀਜ਼ਾਂ ਦੇ ਉੱਪਰ ਡੀਕਰੀਜ਼ ਵੀ ਹੋ ਸਕਦੇ ਨੇ, ਕੁਛ ਚੀਜ਼ਾਂ ਦੇ ਉੱਪਰ ਇਨਕਰੀਜ਼ ਵੀ ਹੋ ਸਕਦੇ ਨੇ। ਇਸ ਕਰਕੇ ਇਹ ਜਸਟ ਇੱਕ ਰਫ ਐਸਟੀਮੇਟ ਬਣਾਇਆ ਜਾਂਦਾ ਹੈ। ਚੌਥਾ ਕੀ ਪੁਆਇੰਟ ਹੈ ਕਿ ਜਿਹੜਾ ਫਾਈਨੈਂਸ ਮਿਨਿਸਟਰ ਹੈ ਉਹ ਸਾਡੇ ਦੇਸ਼ ਦਾ ਜਿਹੜਾ ਬਜਟ ਹੈ ਉਸ ਨੂੰ ਲੋਅਰ ਹਾਊਸ ਆਫ ਪਾਰਲੀਮੈਂਟ ਦੇ ਵਿੱਚ ਪੇਸ਼ ਕਰਦਾ ਹੈ। ਲੋਅਰ ਹਾਊਸ ਮੀਨਸ ਲੋਕ ਸਭਾ। ਕਿ ਸਾਡੇ ਦੇਸ਼ ਦਾ ਜਿਹੜਾ ਬਜਟ ਹੈ ਉਹ ਆਮ ਤੌਰ 'ਤੇ ਪਾਰਲੀਮੈਂਟ ਦੇ ਲੋਅਰ ਹਾਊਸ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ, ਲੋਕ ਸਭਾ ਦੇ ਵਿੱਚ, ਔਰ ਇਸ ਨੂੰ ਪੇਸ਼ ਕਰਨ ਦਾ ਜਿਹੜਾ ਕੰਮ ਹੈ ਉਹ ਸਾਡੇ ਦੇਸ਼ ਦੇ ਜਿਹੜੇ ਵਿੱਤ ਮੰਤਰੀ ਨੇ ਉਹ ਕਰਦੇ ਨੇ। ਹੁਣ ਇਸ ਸਮੇਂ ਜਿਹੜੀ ਸਾਡੀ ਪ੍ਰੈਜੈਂਟ ਵਿੱਤ ਮੰਤਰੀ ਹੈ ਉਹਨਾਂ ਦਾ ਨਾਮ ਹੈ ਨਿਰਮਲਾ ਸੀਤਾਰਮਨ। ਉਹਨਾਂ ਦਾ ਨਾਮ ਹੈ ਨਿਰਮਲਾ ਸੀਤਾਰਮਨ। ਤਾਂ ਇਹ ਚੌਥਾ ਕੀ ਪੁਆਇੰਟ ਸੀ। ਇਸ ਤੋਂ ਬਾਅਦ ਪੰਜਵਾਂ ਪੁਆਇੰਟ ਹੈ ਕਿ ਗੌਰਮੈਂਟ ਸੈੱਟ ਦੀ ਓਬਜੈਕਟਿਵ ਇਨ ਦੀ ਬਜਟਸ। ਕਿ ਗੌਰਮੈਂਟ ਹੈ ਜਿਹੜੀ
ਆਪਣੇ ਬਜਟ ਦੇ ਵਿੱਚ ਆਪਣੇ ਓਬਜੈਕਟਿਵਸ ਨੂੰ ਪੇਸ਼ ਕਰਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੀ ਅਰਥ ਵਿਵਸਥਾ ਨੂੰ ਲੈ ਕੇ ਉਹਨਾਂ ਨੇ ਕਿਹੜੇ ਆਪਣੇ ਜਿਹੜੇ ਓਬਜੈਕਟਿਵਸ ਨੇ ਜਾਂ ਕਿਹੜੇ ਟਾਰਗੇਟਸ ਨੇ ਜਿਹੜੇ ਉਹ ਅਚੀਵ ਕਰਨੇ ਆ। ਉਹਨਾਂ ਟਾਰਗੇਟਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਜਿਹੜੀ ਗੌਰਮੈਂਟ ਹੈ ਉਹ ਆਪਣੇ ਬਜਟ ਤਿਆਰ ਕਰਦੀ ਹੈ। 6ਵਾਂ ਕੀ ਪੁਆਇੰਟ ਹੈ ਕਿ ਅਪਕਮਿੰਗ ਪਲੈਨਸ ਐਂਡ ਅਚੀਵਮੈਂਟ ਆਫ ਦੀ ਪ੍ਰੀਵੀਅਸ ਬਜਟ ਆਫ ਗੌਰਮੈਂਟ ਇਜ਼ ਆਲਸੋ ਡਿਸਕਸਡ। ਕਿ ਜਿਸ ਸਮੇਂ ਗੌਰਮੈਂਟ ਲੋਕ ਸਭਾ ਦੇ ਵਿੱਚ ਆਪਦਾ ਬਜਟ ਪੇਸ਼ ਕਰਦੀ ਹੈ ਤਾਂ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਦੇ ਵਿੱਚ ਗੌਰਮੈਂਟ ਦੇ ਕਿਹੜੇ ਪਲਾਨਸ ਨੇ ਜਾਂ ਪਿਛਲੇ ਬਜਟ ਦੇ ਵਿੱਚ ਗੌਰਮੈਂਟ ਨੇ ਕਿਹੜੀਆਂ ਉਪਲਬਧੀਆਂ ਹਾਸਲ ਕੀਤੀਆਂ ਨੇ ਉਹਨਾਂ ਨੂੰ ਬਜਟ ਦੇ ਦੌਰਾਨ ਡਿਸਕਸ਼ਨ ਕੀਤਾ ਜਾਂਦਾ ਹੈ। ਬਜਟ ਇਹ ਨਹੀਂ ਕਿ ਸਿਰਫ 1 ਜਾਂ 2 ਦਿਨ ਹੀ ਚੱਲਦਾ, ਬਜਟ ਦਾ ਟਾਈਮ ਪੀਰੀਅਡ ਲਗਭਗ 15 ਦਿਨ ਤੱਕ ਗੌਰਮੈਂਟ ਬਜਟ ਦੇ ਉੱਤੇ ਡਿਸਕਸ਼ਨ ਹੁੰਦਾ। ਜਿਹੜੀ ਸਰਕਾਰ ਬਣਾਈ ਹੋਈ ਪਾਰਟੀ ਹੈ ਜਿਸ ਨੂੰ ਅਸੀਂ ਸ਼ਾਸਕ ਪਾਰਟੀ ਕਹਿੰਦੇ ਹਾਂ, ਜਿਵੇਂ ਕਿ ਇਸ ਸਮੇਂ ਸਾਡੀ BJP ਗੌਰਮੈਂਟ ਹੈ, ਤਾਂ BJP ਗੌਰਮੈਂਟ ਨੇ ਆਪਣੀਆਂ ਅਚੀਵਮੈਂਟਸ ਜਿਹੜੀਆਂ ਬਜਟ 'ਚੋਂ ਗਿਣਾਏਗੀ, ਜਦਕਿ ਓਪੋਜੀਸ਼ਨ ਪਾਰਟੀ ਉਹਨਾਂ ਦੀ ਆਲੋਚਨਾ ਕਰੇਗੀ ਕਿ ਜੋ ਕੁਝ ਸਰਕਾਰ ਨੇ ਦੱਸ ਰਹੀ ਹੈ ਉਹਨਾਂ 'ਚ ਆਹ ਵਾਲੀਆਂ ਖਾਮੀਆਂ ਜਿਹੜੀਆਂ ਬਜਟ 'ਚ ਰਹਿ ਗਈਆਂ। ਯਾਨੀ ਕਿ ਪ੍ਰੀਵੀਅਸ ਈਅਰ ਅਤੇ ਅਪਕਮਿੰਗ ਈਅਰ ਦੋਨਾਂ ਦੇ ਬਾਰੇ ਡਿਸਕਸ਼ਨ ਹੋਏਗਾ ਕਿ ਪਿਛਲੇ ਸਾਲ ਕੀ ਅਚੀਵ ਕੀਤਾ ਅਤੇ ਆਉਣ ਵਾਲੇ ਸਾਲ ਦੇ ਵਿੱਚ ਗੌਰਮੈਂਟ ਕੀ ਅਚੀਵ ਕਰਨ ਜਾ ਰਹੀ ਹੈ। ਤਾਂ ਇਹਦੇ 6 ਕੀ ਪੁਆਇੰਟਸ ਨੇ ਜਿਨ੍ਹਾਂ ਨੂੰ ਤੁਸੀਂ ਧਿਆਨ ਰੱਖਣਾ ਹੈ ਕਿ ਗੌਰਮੈਂਟ ਬਜਟਸ ਦੇ ਵਿੱਚ ਕਿਹੜੀਆਂ ਗੱਲਾਂ ਨੋਟ ਕਰਨੀਆਂ ਨੇ। ਉਸ ਤੋਂ ਬਾਅਦ ਨੈਕਸਟ ਟੌਪਿਕ ਹੈ ਗੌਰਮੈਂਟ ਬਜਟ ਦੇ ਅਸਪੈਕਟਸ ਦਾ ਮਤਲਬ ਕਿ ਉਹਦੇ ਪੱਖ ਕਿਹੜੇ ਆ। ਤਾਂ ਗੌਰਮੈਂਟ ਬਜਟ ਦੇ ਮੇਨ 2 ਹੀ ਪੁਆਇੰਟਸ ਹੁੰਦੇ ਆ ਕਿ ਸਰਕਾਰ ਖਰਚਾ ਕਿੱਥੇ ਕਰੇਗੀ ਔਰ ਸਰਕਾਰ ਆਮਦਨ ਕਿੱਥੋਂ ਕਮਾਏਗੀ। ਜਿਹੜੇ ਸਰਕਾਰ ਖਰਚੇ ਕਰੇਗੀ ਉਹਨਾਂ ਨੂੰ ਅਸੀਂ ਐਕਸਪੈਂਡੀਚਰ ਬੋਲਾਂਗੇ ਔਰ ਜਿੱਥੋਂ ਸਰਕਾਰ ਨੇ ਪੈਸਾ ਰਿਸੀਵ ਕਰਨਾ ਹੈ ਉਸ ਨੂੰ ਅਸੀਂ ਰਿਸਿਪਟਸ ਬੋਲਦੇ ਹਾਂ। ਗੌਰਮੈਂਟ ਜਿਹੜਾ ਖਰਚਾ ਕਰਦੀ ਹੈ ਉਹ 2 ਤਰੀਕੇ ਦਾ ਕਰਦੀ ਹੈ, ਇੱਕ ਕੈਪੀਟਲ ਐਕਸਪੈਂਡੀਚਰ ਅਤੇ ਦੂਸਰਾ ਰੈਵਨਿਊ ਐਕਸਪੈਂਡੀਚਰ। ਇਸੇ ਤਰੀਕੇ ਨਾਲ ਸਰਕਾਰ ਜਿਹੜਾ ਪੈਸਾ ਪ੍ਰਾਪਤ ਕਰਦੀ ਹੈ ਉਹ ਵੀ 2 ਤਰੀਕੇ ਦਾ ਕਰਦੀ ਹੈ, ਇੱਕ ਕੈਪੀਟਲ ਰਿਸਿਪਟਸ ਅਤੇ ਦੂਸਰਾ ਹੈਗਾ ਰੈਵਨਿਊ ਰਿਸਿਪਟਸ। ਇਹਨਾਂ ਦੋਨਾਂ ਦੇ ਵਿੱਚ ਜਿਹੜਾ ਬੇਸਿਕ ਡਿਫਰੈਂਸ ਸਿਰਫ ਇਹੀ ਹੈ ਕਿ ਜਿਹੜਾ ਕੈਪੀਟਲ ਰਿਸਿਪਟਸ ਹੁੰਦਾ ਇਹਦੇ ਨਾਲ ਗੌਰਮੈਂਟ ਦੀ ਐਸੈਟਸ ਅਤੇ ਲਾਈਬਿਲਿਟੀ ਦੇ ਉੱਤੇ ਫ਼ਰਕ ਪਏਗਾ, ਜਾਂ ਤਾਂ ਐਸੈਟਸ 'ਤੇ ਇੰਪੈਕਟ ਪਏਗਾ ਜਾਂ ਫਿਰ ਲਾਈਬਿਲਿਟੀ 'ਤੇ। ਜਦ ਕਿ ਜਿਹੜਾ ਰੈਵਨਿਊ ਵਾਲਾ ਪਾਰਟ ਹੈ ਇਸ ਦੀ ਗੌਰਮੈਂਟ ਦੇ ਨਾ ਤਾਂ ਐਸੈਟਸ ਦੇ ਉੱਤੇ ਫ਼ਰਕ ਪੈਂਦਾ ਅਤੇ ਨਾ ਹੀ ਲਾਈਬਿਲਿਟੀ ਦਾ। ਲਾਈਬਿਲਿਟੀ ਦਾ ਮੀਨਿੰਗ ਹੁੰਦਾ ਫਿਊਚਰ ਕਲੇਮ ਦਾ ਮਤਲਬ ਉਹ ਪੈਸਾ ਜੋ ਅਸੀਂ ਫਿਊਚਰ ਦੇ ਵਿੱਚ ਕੀ ਕਰਨਾ ਵਾਪਸ, ਅਤੇ ਐਸੈਟਸ ਦਾ ਮਤਲਬ ਹੁੰਦਾ ਕਿ ਇੱਕ ਜਿਹਾ ਸਾਡਾ ਸੋਰਸ ਜਿਸ ਤੋਂ ਸਾਨੂੰ ਕੀ ਹੋਣੀ ਹੈ, ਇਨਕਮ ਹੋਣੀ ਹੈ। ਤਾਂ ਗੌਰਮੈਂਟ ਆਪਣੇ ਖਰਚੇ 2 ਤਰੀਕੇ ਨਾਲ ਕਰੇਗੀ ਅਤੇ ਰਿਸਿਪਟ ਵੀ 2 ਤਰੀਕੇ ਨਾਲ ਹੀ ਪ੍ਰਾਪਤ ਕਰੇਗੀ। ਤਾਂ ਕੈਪੀਟਲ ਦੇ ਬਾਰੇ ਦੋਨਾਂ ਦੇ ਵਿੱਚ ਬੇਸਿਕ ਕਾਮਨ ਗੱਲ ਇਹ ਹੈ ਕਿ ਕੈਪੀਟਲ ਵਾਲੇ ਅਕਾਊਂਟਸ ਦੇ ਵਿੱਚ ਗੌਰਮੈਂਟ ਦੇ ਐਸੈਟਸ ਅਤੇ ਲਾਈਬਿਲਿਟੀ ਦੇ ਉੱਤੇ ਇੰਪੈਕਟ ਪਏਗਾ, ਜਦਕਿ ਰੈਵਨਿਊ ਵਾਲੇ ਦੋਨੋਂ ਪਾਰਟਸ ਦੇ ਵਿੱਚ ਗੌਰਮੈਂਟ ਦੇ ਐਸੈਟਸ ਅਤੇ ਲਾਈਬਿਲਿਟੀ ਦੇ ਉੱਤੇ ਕਿਸੇ ਪ੍ਰਕਾਰ ਦਾ ਪ੍ਰਭਾਵ ਨਹੀਂ ਪਏਗਾ। ਹੁਣ ਅਸੀਂ ਪਰਟੀਕੂਲਰ ਪੜ੍ਹਦੇ ਹਾਂ ਕਿ ਕੈਪੀਟਲ ਐਕਸਪੈਂਡੀਚਰ ਕੀ ਹੁੰਦਾ ਹੈ। ਤਾਂ ਜਿਵੇਂ ਕਿ ਮੈਂ ਉੱਪਰ ਦੱਸਿਆ ਸੀ ਕਿ ਜਿਹੜਾ ਗੌਰਮੈਂਟ ਐਕਸਪੈਂਡੀਚਰ ਹੈ ਜਾਂ ਕੈਪੀਟਲ ਜਿਹੜਾ ਐਕਸਪੈਂਡੀਚਰ ਹੈ, ਕੈਪੀਟਲ ਐਕਸਪੈਂਡੀਚਰ ਦੇ ਵਿੱਚ ਐਸੈਟਸ ਗੌਰਮੈਂਟ ਦੇ ਕ੍ਰੀਏਟ ਹੋਣਗੇ। ਐਸੈਟ ਕ੍ਰੀਏਟ ਹੋਣ ਦਾ ਮਤਲਬ ਕਿ ਇੱਕ ਅਜਿਹਾ ਸੋਰਸ ਦੇ ਉੱਪਰ ਸਰਕਾਰ ਖਰਚਾ ਕਰੇਗੀ ਜਿਸ ਤੋਂ ਉਸ ਨੂੰ ਇਨਕਮ ਜਨਰੇਟ ਹੋਏਗੀ। ਫੋਰ ਐਗਜ਼ਾਮਪਲ ਕਿ ਸਰਕਾਰ ਨੇ ਕੋਈ ਲੈਂਡ ਖਰੀਦ ਲਈ, ਕੋਈ ਜ਼ਮੀਨ ਖਰੀਦ ਲਈ, ਤਾਂ ਉਸ ਜ਼ਮੀਨ ਨੂੰ ਸਰਕਾਰ ਰੈਂਟ 'ਤੇ ਦੇਵੇ ਤਾਂ ਉਸ ਨੂੰ ਐਨੂਅਲ ਇਨਕਮ ਹੋਣੀ ਸ਼ੁਰੂ ਹੋ ਜਾਏਗੀ। ਸਰਕਾਰ ਕਿਸੇ ਕੰਪਨੀ ਦੇ ਸ਼ੇਅਰ ਖਰੀਦ ਲੈਂਦੀ ਹੈ ਤਾਂ ਇਹ ਵੀ ਕੈਪੀਟਲ ਐਕਸਪੈਂਡੀਚਰ ਹੈ, ਕਿਉਂਕਿ ਉਹਨਾਂ ਸ਼ੇਅਰਸ ਤੋਂ ਸਰਕਾਰ ਨੂੰ ਪ੍ਰੋਫਿਟ ਹੋਣਾ ਸ਼ੁਰੂ ਹੋ ਜਾਂਦੀ ਹੈ। ਗੌਰਮੈਂਟ ਜਿਵੇਂ ਸਾਡੀ ਸੈਂਟਰ ਗੌਰਮੈਂਟ ਕਿਸੇ ਸਟੇਟ ਗੌਰਮੈਂਟ ਨੂੰ ਲੋਨ ਦੇ ਤਾਂ ਲੋਨ ਦੇਣ ਤੋਂ ਵੀ ਸਰਕਾਰ ਨੂੰ ਮੰਥਲੀ ਜਿਹੜਾ ਇੰਟਰਸਟ ਹੈ ਜਾਂ ਐਨੂਅਲ ਜਿਹੜਾ ਇੰਟਰਸਟ ਹੈ ਉਹ ਆਉਣਾ ਸ਼ੁਰੂ ਹੋ ਜਾਏਗਾ। ਤਾਂ ਅਜਿਹੇ ਖਰਚਿਆਂ ਦੇ ਨਾਲ ਸਰਕਾਰ ਦੇ ਜਿਹੜੇ ਐਸੈਟਸ ਨੇ ਉਹ ਕ੍ਰੀਏਟ ਹੁੰਦੇ ਆ ਔਰ ਰਿਡਿਊਸ ਦੀ ਲਾਈਬਿਲਿਟੀ ਆਫ ਗੌਰਮੈਂਟ, ਜਾਂ ਫਿਰ ਸਰਕਾਰ ਦੀ ਜਿਹੜੀ ਦੇਣਦਾਰੀ ਹੈ ਉਹ ਘੱਟ ਜਾਂਦੀ ਹੈ। ਹੁਣ ਇਸ ਤੋਂ ਬਾਅਦ ਆਉਂਦਾ ਕਿ ਜਿਹੜਾ ਸਾਡਾ ਕੈਪੀਟਲ ਐਕਸਪੈਂਡੀਚਰ ਉਹਦੇ ਫੀਚਰਸ ਕੀ ਨੇ। ਸਭ ਤੋਂ ਪਹਿਲਾਂ ਹੈਗਾ ਕਿ ਜਿਹੜਾ ਕੈਪੀਟਲ ਐਕਸਪੈਂਡੀਚਰ ਹੈ ਇਹ ਇੱਕ ਫਿਕਸਡ ਨੇਚਰ ਹੈ। ਫਿਕਸਡ ਨੇਚਰ ਦਾ ਮਤਲਬ ਕਿ ਜਿਹੜਾ ਕੈਪੀਟਲ ਐਕਸਪੈਂਡੀਚਰ ਕੀਤਾ ਜਾਂਦਾ ਇਹ ਖਾਸ ਕਰਕੇ ਜਿਹੜਾ ਫਿਕਸਡ ਐਸੈਟਸ ਦੇ ਉੱਤੇ ਕੀਤਾ ਜਾਂਦਾ ਹੈ। ਦੂਸਰਾ ਪੁਆਇੰਟ ਹੈ ਕਿ ਦੀ ਬੈਨੀਫਿਟ ਆਫ ਇਟ ਟੂ ਐਕਿਓਰ ਓਵਰ ਏ ਲੌਂਗ ਪੀਰੀਅਡ। ਔਰ ਗੌਰਮੈਂਟ ਜਿੰਨਾ ਵੀ ਇਸ ਕੈਪੀਟਲ ਐਕਸਪੈਂਡੀਚਰ ਦੇ ਵਿੱਚ ਖਰਚਾ ਕਰੇਗੀ ਤਾਂ ਉਹਦਾ ਮੇਨਲੀ ਟਾਰਗੇਟ ਹੋਏਗਾ ਕਿ ਇਹਨਾਂ ਤੋਂ ਜੋ ਵੀ ਬੈਨੀਫਿਟ ਹੋਏਗਾ ਉਹ ਲੌਂਗ ਟਰਮ ਪੀਰੀਅਡ ਹੋਏਗਾ। ਫੋਰ ਐਗਜ਼ਾਮਪਲ ਕਿ ਗੌਰਮੈਂਟ ਸਪੋਜ਼ ਕਰੋ ਕਿ ਕੋਈ ਇੱਕ ਲੈਂਡ ਖਰੀਦ ਲਏਗੀ ਤਾਂ ਉਸ ਲੈਂਡ ਦਾ ਮਕਸਦ ਇਹ ਹੋਏਗਾ ਕਿ ਇਹ ਨਹੀਂ ਕਿ ਸਿਰਫ ਉਹਨੇ 1 ਸਾਲ ਤੱਕ ਹੀ ਉਸ ਤੋਂ ਰੈਂਟ ਜਿਹੜਾ ਉਹ ਅਰਨ ਕਰਨਾ ਹੈ, ਉਸ ਨੂੰ ਲੌਂਗ ਟਾਈਮ ਪੀਰੀਅਡ ਤੱਕ ਪੈਸਾ ਕਮਾਉਣ ਵਾਸਤੇ ਜਿਹੜੀ ਸਰਕਾਰ ਹੈ ਉਹਦੇ ਵਿੱਚ ਇਨਵੈਸਟਮੈਂਟ ਕਰਦੀ ਹੈ। ਇਟ ਇਜ਼ ਰਿਕਾਰਡਡ ਔਨ ਦੀ ਅਸੈਟ ਸਾਈਡਸ ਆਫ ਦੀ ਬੈਲੈਂਸ ਸ਼ੀਟ। ਔਰ ਜਦੋਂ ਵੀ ਗੌਰਮੈਂਟਸ ਬਜਟ ਦੇ ਵਿੱਚ
ਬੈਲੈਂਸ ਸ਼ੀਟ ਬਣੇਗੀ ਤਾਂ ਬੈਲੈਂਸ ਸ਼ੀਟ ਦੇ ਵਿੱਚ ਇਸ ਨੂੰ ਅਸੈਟਸ ਵਾਲੀ ਸਾਈਡ ਦੇ ਉੱਤੇ ਰਿਕਾਰਡ ਕੀਤਾ ਜਾਏਗਾ। ਤਾਂ ਇਹ ਫੀਚਰਸ ਨੇ ਕੈਪੀਟਲ ਐਕਸਪੈਂਡੀਚਰ ਦੀਆਂ। ਤਾਂ ਇਸ ਨੂੰ ਧਿਆਨ ਨਾਲ ਇੱਕ ਵਾਰੀ ਬੁੱਕ ਤੋਂ ਵੀ ਰੀਡ ਕਰੋ। ਅਗਰ ਕੋਈ ਡਾਊਟਸ ਹੋਣਗੇ ਤਾਂ ਆਪਾਂ ਨੈਕਸਟ ਟਾਈਮ ਕਲੀਅਰ ਕਰਾਂਗੇ। ਥੈਂਕ ਯੂ।